ये हो गया कि जे एसएच ਅਸੀਂ ਕਨਜ਼ਰਵੇਸ਼ਨ ਆਫ એનર્ਜੀ ਜਸਟੀਫਾਈ ਕਰਨਾ ਵਾ ਤਾਂ ਆਪਾਂ ਇਹਦੀ ਗੱਲ ਇਦਾਂ ਜੋੜੀਏ ਬੇਟਾ ਕਿ ਜਦੋਂ ਮੈਗਨੇਟ ਥੱਲੇ ਆਈ ठीक है जी ਤੇ इसने क्या किया इमीडिएट आ नॉर्थ पोल ਨੂੰ ਅਪੋਜ਼ ਕਰਨ ਲਈ नॉर्थ पोल खड़ा कर लिया ਤੇ ਜੇ ਉਹ ਰਿਪਲਸ਼ਨ ਇੰਨੀ ਸਟਰੋਂਗ ਆ ਉਹ ਮੈਗਨੇਟ ਤਾਂ ਥੱਲੇ ਨਹੀਂ ਆਣ ਦਊਗੀ ठीक है ਜੇ ਇਹਨੂੰ ਉੱਪਰ ਚੁੱਕਣ ਲੱਗਦਾ ਮੈਗਨੇਟ ਨੂੰ ਤੇ ਇਹਨੇ ਨਾਲ ਹੀ ਸਾਊਥ ਪੋਲ ਖੜਾ ਕਰ ਲਿਆ ਤੇ ਇਹਨੇ ਅਟਰੈਕਸ਼ਨ ਕਰਕੇ ਉਹਨੂੰ ਵੀ ਰੋਕਿਆ ਇਹਦਾ ਮਤਲਬ ਨਾ ਤੇ ਇਹ ਮੈਗਨੇਟ ਨੂੰ ਉੱਪਰ ਜਾਣ ਦੇਣਾ ਚਾਹ ਰਿਹਾ ठीक है तो ना मैग्नेट ਨੂੰ ਥੱਲੇ ਆਣ ਇਹ ਮਤਲਬ ਮੈਗਨੇਟ ਨੂੰ ਸਟੇਸ਼ਨਰੀ ਕਰ ਰਿਹਾ ਤੇ ਜੇ ਸਟੇਸ਼ਨਰੀ ਮੈਗਨੇਟ ਹੋ ਗਈ ਫਿਰ ਉਹ ਈਐਮਐਫ ਇੰਡਿਊਸ ਨਹੀਂ ਕਰ ਸਕਦੀ ਇਹਦੇ ਅੰਦਰ ਐਸਐਚ ਕੋਈ ਇਲੈਕਟ੍ਰੀਕਲ એનર્ਜੀ ਨਹੀਂ ਜਨਰੇਟ ਹੋ ਸਕਦੀ ਉਹਦੇ ਲਈ ਫਲਕਸ ਦਾ ਚੇਂਜ ਹੋਣਾ ਜ਼ਰੂਰੀ ਆ ਤੇ ਫਿਰ ਫਲਕਸ ਦੀ ਚੇਂਜ ਅਸੀਂ ਕਿਹਦੇ ਥਰੂ ਬਣਾਉਣੀ ਕਹਿੰਦਾ ਸਮ ਵਰਕ ਹੈਜ਼ ਟੂ ਬੀ ਡਨ ਅਗੇਂਸਟ ਦਾ ਰਿਪਲਸ਼ਨ ਡਿਵੈਲਪ ਬਾਈ ਦਿਸ ਮੈਗਨੇਟ ਆ ਜਿਹੜੀ ਥੱਲੇ ਮੈਗਨੇਟ ਬਣੀ ਆ ਬੇਟਾ ਇਸ ਮੈਗਨੇਟ ਦੇ ਮੈਗਨੈਟਿਕ ਰਿਪਲਸ਼ਨ ਦੇ ਅਗੇਂਸਟ ਮੈਨੂੰ ਆ ਮੈਗਨੇਟ ਨੂੰ ਥੱਲੇ ਲੈ ਕੇ ਆਉਣ ਵਾਸਤੇ ਕੁਝ ਵਰਕ ਕਰਨਾ ਪਏਗਾ ਤੇ ਜਿਹੜਾ ਮਕੈਨੀਕਲ ਵਰਕ ਅਸੀਂ ਕਰਦੇ ਪਏ ਆ ਜਿਹੜੀ ਮਕੈਨੀਕਲ એનર્ਜੀ ਸਪਲਾਈ ਕਰਕੇ ਅਸੀਂ ਵਰਕ ਪਰਫਾਰਮ ਕਰਦੇ ਪਏ ਓਨਲੀ ਦੈਟ ਮਕੈਨੀਕਲ એનર્ਜੀ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਇਹਦਾ ਮਤਲਬ ਰਿਪਲਸ਼ਨ ਦੇ ਅਗੇਂਸਟ ਤੁਹਾਡਾ ਕੀਤਾ ਹੋਇਆ ਵਰਕ ਜਿਹੜਾ ਵਾ ਹਨਾ ਉਹ ਤੁਹਾਡੀ ਐਸਐਚ ਇਲੈਕਟ੍ਰੀਕਲ એનર્ਜੀ ਬਣ ਕੇ ਤੁਹਾਡੀ ਇਸ ਗੈਲਵੈਨੋਮੀਟਰ ਦੀ ਨੀਡਲ ਨੂੰ ਹਿਲਾਉਂਦਾ ਪਿਆ ਤੇ ਜਦੋਂ ਮੈਂ ਮੈਗਨੇਟ ਉੱਪਰ ਚੁੱਕਣ ਲੱਗਦਾ ਤੇ ਜੇ ਇਹ ਅਟਰੈਕਸ਼ਨ ਦਿਖਾ ਰਿਹਾ ਤੇ ਉਸ ਅਟਰੈਕਸ਼ਨ ਦੇ ਬੌਂਡ ਨੂੰ ਤੋੜਨ ਲਈ ਜਿਹੜੀ ਮਕੈਨੀਕਲ ਵਰਕ ਕਰਾਂਗਾ ਹਨਾ ਉਹ ਮਕੈਨੀਕਲ ਵਰਕ ਅਗੇਂਸਟ ਦਾ ਅਟਰੈਕਸ਼ਨ ਠੀਕ ਹੈ ਡਿਵੈਲਪ ਬਾਈ ਦਿਸ ਕੋਇਲ ਠੀਕ ਹੈ ਜੀ ਦੈਟ ਇਜ਼ ਟੂ ਬੀ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਇਹਦਾ ਮਤਲਬ ਕਿਸੇ ਵੀ ਮੂਵਮੈਂਟ ਤੇ ਇਸ ਕੋਇਲ ਦੇ ਅੰਦਰ ਕਨਜ਼ਰਵੇਸ਼ਨ ਆਫ એનર્ਜੀ ਡਿਸਸੈਟੀਸਫਾਈ ਨਹੀਂ ਹੋ ਰਿਹਾ ठीक है कॉन्जरवेशन ऑफ एनर्जी ਜਿਹੜਾ ਵਾ ਉਹ ਮੇਰੇ ਕੋਲ ਇਸ ਮੂਵਮੈਂਟ ਤੇ ਵੀ ਅਪਲਾਈ ਹੋ ਰਿਹਾ ਸਿਰਫ ਫਰਕ ਇਹ ਆ ਗਿਆ ਕਿ ਵੀ ਤੁਹਾਡੀ ਕੋਈ ਕੈਮੀਕਲ એનર્ਜੀ ਇੱਥੇ ਇਲੈਕਟ੍ਰੀਕਲ ਚ ਨਹੀਂ ਕਨਵਰਟ ਹੋਈ ਸੈਲ ਜਾਂ ਬੈਟਰੀ ਦੀ ਇੱਥੇ ਤੁਹਾਡੇ ਕੋਲ ਜਿਹੜਾ ਮਕੈਨੀਕਲ ਵਰਕ ਕੀਤਾ ਟੂ ਮੂਵ ਦਾ ਮੈਗਨੇਟ ਅਪ ਐਂਡ ਡਾਊਨ ਅਗੇਂਸਟ ਦਾ ਰਿਪਲਸ਼ਨ ਔਰ ਅਗੇਂਸਟ ਦਾ ਅਟਰੈਕਸ਼ਨ ਕਹਿੰਦਾ ਜੀ ਸ਼ੋਨ ਬਾਈ ਦਾ ਕੋਇਲ ਠੀਕ ਹੈ ਜੀ ਦੈਟ ਵਰਕ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਇੰਨੀ ਗੱਲ ਸਮਝ ਲੱਗੀ Yes, sir. Yes, sir. मैं ਜਿਹੜਾ ਟੌਪਿਕ ਕੰਪਲੀਟ ਕਰ ਰਿਹਾ ਇੱਕ ਵਾਰੀ ਸਮਰਾਈਜ਼ ਕਰ ਰਿਹਾ ਉਸ ਗੱਲ ਨੂੰ ਆਪਾਂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਫੈਰਾਡੇ ਦੇ ਫਰਸਟ ਲਾਅ ਤੇ ਸੈਕੰਡ ਲਾਅ ਦੀ ਬੇਟਾ ਉਸ ਤੋਂ ਬਾਅਦ ਆ ਗਿਆ ਫੈਰਾਡੇ ਦੇ ਲਾਅ ਦੇ ਅੰਦਰ ਲੈਂਜ਼ ਲਾਅ ਤੁਹਾਡੇ ਕੋਲ ਪੋਲੈਰਿਟੀ ਆਫ ਇੰਡਿਊਸਡ ਈਐਮਐਫ ਜਾਂ ਕਹ ਲਓ ਇੰਡਿਊਸ ਕਰਨ ਦੀ ਪੋਲੈਰਿਟੀ ਜਾਂ ਡਾਇਰੈਕਸ਼ਨ ਜਿਹੜੀ ਉਹ ਡਿਫਾਈਨ ਕਰਦਾ ਵਾ ਫਿਰ ਨਾਲ ਹੀ ਉਹਦੇ ਵਿੱਚ ਇਹ ਕਵਰ ਹੁੰਦਾ ਕਿ ਲੈਂਜ਼ ਲਾਅ ਦੀ ਐਕਸਪੈਰੀਮੈਂਟਲ ਡੈਮੋਨਸਟ੍ਰੇਸ਼ਨ ਉਹ ਆਪਾਂ ਆ ਦੱਸਦੇ ਪਏ ਹਾਂ ठीक है फिर ਇਹਦੇ ਨਾਲ ਹੀ ਜੁੜਦਾ ਲੈਂਜ਼ ਲਾਅ ਐਂਡ એનર્ਜੀ ਕਨਜ਼ਰਵੇਸ਼ਨ ਇਹ ਆਪਣਾ ਟੌਪਿਕ ਕੰਪਲੀਟ ਹੋਇਆ ਜਿਹੜਾ ਆਪਾਂ ਹੁਣ ਤੱਕ ਕੀਤਾ ਤੇ ਡਾਇਰੈਕਸ਼ਨ ਆਫ ਇੰਡਿਊਸਡ ਈਐਮਐਫ ਨੂੰ ਡਿਫਾਈਨ ਕਰਨ ਵਾਸਤੇ ਇੱਕ ਸੈਕੰਡ ਰੂਲ ਹੋਰ ਵੀ ਹੈਗਾ ਲੈਂਜ਼ ਲਾਅ ਵੀ ਡਾਇਰੈਕਸ਼ਨ ਇੰਡਿਊਸ ਨੂੰ ਦੱਸਦਾ ਤੇ ਦੂਜੇ ਪਾਸੇ ਸਾਡੇ ਕੋਲ ਇੱਕ ਰੂਲ ਆ ਜਾਂਦਾ ਜਿਹਨੂੰ ਨਾਮ ਦਿੰਦੇ ਫਲੇਮਿੰਗ ਰਾਈਟ ਹੈਂਡ ਰੂਲ ਆਪਾਂ ਇੱਕ ਫਲੇਮਿੰਗ ਲੈਫਟ ਹੈਂਡ ਰੂਲ ਆਲਰੇਡੀ ਪੜਿਆ ਹੋਇਆ ਠੀਕ ਹੈ ਉਹ ਚ ਅਸੀਂ ਕਿਹਾ ਸੀ ਫਸਟ ਫਿੰਗਰ ਜਿਹੜੀ ਹੋਏਗੀ ਮੈਗਨੈਟਿਕ ਫੀਲਡ ਡਿਫਾਈਨ ਕਰਦੀ ਸੈਕੰਡ ਫਿੰਗਰ ਜਿਹੜੀ ਆ ਉਹ ਆਪਣੇ ਕੋਲ ਐਸ ਸੱਚ ਅਪਲਾਈਡ ਕਰੰਟ ਜਾਂ ਮੋਸ਼ਨ ਆਫ ਪੋਜ਼ਿਟਿਵ ਚਾਰਜ ਨੂੰ ਡਿਫਾਈਨ ਕਰਦੀ ਤੇ ਫਿਰ ਇਸ ਕਰੰਟ ਕੈਰਿੰਗ ਵਾਇਰ ਤੇ ਜਾਂ ਪੋਜ਼ਿਟਿਵ ਚਾਰਜ ਤੇ ਫੋਰਸ ਲੱਗਦੀ ਆ ਜਿਹਨੂੰ ਥੰਬ ਡਿਫਾਈਨ ਕਰਦਾ ਯਾਨੀ ਥੰਬ ਇੱਥੇ ਦੱਸਦਾ ਕਿ ਵੀ ਫੋਰਸ ਕਿਸ ਡਾਇਰੈਕਸ਼ਨ ਚ ਲੱਗੇਗੀ ਤੇ ਇਹਦੇ ਕੋਰਸਪੋਂਡਿੰਗ ਹੀ ਮੇਰੇ ਕੋਲ ਰਾਈਟ ਹੈਂਡ ਰੂਲ ਆ ਫਸਟ ਫਿੰਗਰ ਇਹਦੇ ਵਿੱਚ ਵੀ ਮੈਗਨੈਟਿਕ ਫੀਲਡ ਆ ਫਸਟ ਫਿੰਗਰ ਵਿੱਚ ਮੈਗਨੈਟਿਕ ਫੀਲਡ ਆ ਜਿਹਦਾ ਇਹਦੇ ਵਿੱਚ ਵੀ ਮੈਗਨੈਟਿਕ ਫੀਲਡ ਆ ਸੈਕੰਡ ਫਿੰਗਰ ਇਹਦੇ ਵਿੱਚ ਵੀ ਕਰੰਟ ਆ ਪਰ ਫਰਕ ਆ ਇੱਥੇ ਜਿਹੜਾ ਕਰੰਟ ਸੀ ਇਹ ਅਪਲਾਈਡ ਕਰੰਟ ਸੀਗਾ ਇਹ ਚ ਕਰੰਟ ਇੰਡਿਊਸ ਆ ਇਹ ਇੰਡਿਊਸ ਕਰੰਟ ਦੀ ਡਾਇਰੈਕਸ਼ਨ ਆ ਤੇ ਇਹਦੇ ਵਿੱਚ ਥੰਬ ਜਿਹੜਾ ਸੀ ਫਲੇਮਿੰਗ ਲੈਫਟ ਹੈਂਡ ਰੂਲ ਦੇ ਅੰਦਰ ਇਹ ਫੋਰਸ ਦੱਸਦਾ ਸੀ ਇੱਥੇ ਜਿਹੜਾ ਰਾਈਟ ਹੈਂਡ ਰੂਲ ਦੇ ਵਿੱਚ ਥੰਬ ਹੈਗਾ ਇਹ ਡਾਇਰੈਕਸ਼ਨ ਆਫ ਮੋਸ਼ਨ ਆਫ ਕੰਡਕਟਰ ਦੱਸੇਗਾ ਹੈਨਾ ਯਾਨੀ ਫਸਟ ਫਿੰਗਰ ਮੈਗਨੈਟਿਕ ਫੀਲਡ second finger direction of a induced current the thumb will give the direction for motion of the conductor क्या अन्य चीज क्लियर हुई yes sir Yes. so flaming right hand rule ਨਾ ਤੇ ਦੂਜੇ ਪਾਸੇ ਤੁਹਾਡੇ ਕੋਲ ਜਿਹੜੀ ਲੈਂਜ਼ ਲਾਅ ਦੇ ਨਾਲ ਦੋਨਾਂ ਨਾਲ ਹੀ ਅਸੀਂ ਡਾਇਰੈਕਸ਼ਨ ਆਫ ਇੰਡਿਊਸਡ ਕਰੰਟ ਜਾਂ ਇੰਡਿਊਸਡ ਈਐਮਐਫ ਨੂੰ ਡਿਫਾਈਨ ਕਰਦੇ ਇੰਨਾ ਸਮਝ ਲੱਗਿਆ ਜੀ yes sir Yes, sir. Yes, sir. ਇਹਦੇ ਤੋਂ ਅੱਗੇ ਜਿਹੜਾ ਆਪਣੇ ਕੋਲ ਟੌਪਿਕ ਚੱਲਣਾ ਉਹਦੀ ਗੱਲ ਬਾਅਦ ਚੋਂ ਕਰਨਾ ਸੀ ਚਲੋ ਨੈਕਸਟ ਹੈਗਾ ਬੇਟਾ ਆਪਣੇ ਕੋਲ ਟੌਪਿਕ ਜਿਹੜਾ ਮੈਥਡਸ ਆਫ ਪ੍ਰੋਡਿਊਸਿੰਗ ਇੰਡਿਊਸਡ ਈਐਮਐਫ
ਆਪਾਂ ਗੱਲ ਇਹ ਕਰਦੇ ਪਏ ਕਿ ਵੀ ਜੇ ਸਰਕਟ ਦੇ ਅੰਦਰ EMF ਇੰਡਿਊਸ ਹੁੰਦੀ ਪਈ ਆ ਤੇ ਇੰਡਿਊਸਡ EMF ਨੂੰ ਪ੍ਰੋਡਿਊਸ ਕਰਨ ਦੇ ਕਿਹੜੇ ਕਿਹੜੇ ਮੈਥਡ ਆ। ਠੀਕ ਹੈ, ਆਪਾਂ ਇਹ ਗੱਲ ਕਰਨ ਲੱਗੇ। टॉपिक ये बनना अपने को मेथड ऑफ प्रोड्यूसिंग इंड्यूस्ड EMF। ਹੁਣ ਸਰਕਟ ਦੇ ਅੰਦਰ ਜੇ EMF ਇੰਡਿਊਸ ਹੋਈ ਆ ਤੇ ਆਪਾਂ ਮੇਨ ਕਾਰਨ ਤੇ ਇੱਕ ਉਹਦਾ ਲੈ ਹੀ ਲਿਆ ਕਿ ਵੀ ਫਲਕਸ ਚੇਂਜ ਹੋਈ ਆ। ਜੇ ਫਲਕਸ ਚੇਂਜ ਹੋਏਗੀ ਤੇ EMF ਇੰਡਿਊਸ ਹੋਣੀ ਨਾ। ਉਹ ਕਹਿੰਦਾ ਪੁੱਤ ਫਲਕਸ ਚੇਂਜ ਕਿਹੜੇ ਕਿਹੜੇ ਮੈਥਡ ਕਰਕੇ ਹੋ ਸਕਦੀ। ਆਪਾਂ ਉਸੇ ਫਾਰਮੂਲੇ ਨਾਲ ਦੁਬਾਰਾ ਗੱਲ ਸ਼ੁਰੂ ਕਰਨ ਲੱਗੇ। ਵੀ ਨੋ ਦੈਟ EMF इंड्यूस ਦਾ ਫਾਰਮੂਲਾ ਆਪਣਾ ਬਣਿਆ ਵਾ E = -d phi by dt। ਯਾਨੀ ਜੇ ਫਲਕਸ ਚੇਂਜ ਕਰੂੰਗਾ ਤੇ EMF ਇੰਡਿਊਸ ਹੋਊਗੀ। ਉਹ ਕਹਿੰਦਾ ਵੀ ਫਲਕਸ ਚੇਂਜ ਕਿਹੜੇ ਕਿਹੜੇ ਢੰਗ ਨਾਲ ਹੋ ਸਕਦੀ ਤੇ ਆਪਣੇ ਕੋਲ ਫਲਕਸ ਦਾ ਫਾਰਮੂਲਾ ਸੀਗਾ phi = BA cos θ। ਠੀਕ ਹੈ, ਫਲਕਸ ਮੇਰੀ BA cos θ ਦੇ ਇਕੁਇਵਲੈਂਟ ਆ। ਇਹਦਾ ਮਤਲਬ ਇੱਥੇ ਜੇ ਮੈਂ ਆ ਵੈਲਿਊ ਪੁੱਟ ਅਪ ਕਰ ਲਵਾਂ ਤਾਂ देयरफॉर E ਦਾ ਫਾਰਮੂਲਾ ਬਣ ਗਿਆ -d/dt of BA cos θ। ਇਹਦਾ ਮਤਲਬ ਹੈ ਜੇ ਚੋ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਕਰੀਏ, ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਕਰੀਏ, ਬਾਕੀ ਕੁਝ ਵੀ ਨਹੀਂ ਤਾਂ ਵੀ EF ਫਲਕਸ ਚੇਂਜ ਹੋ ਜੂ, ਤਾਂ ਵੀ EMF ਇੰਡਿਊਸ ਹੋਏਗੀ। ਜੇ ਮੈਂ ਏਰੀਆ ਆਫ ਦਾ ਕੋਇਲ ਇਨਸਾਈਡ ਦਾ ਮੈਗਨੈਟਿਕ ਫੀਲਡ ਇਹਨੂੰ ਇਨਕਰੀਜ਼ ਡਿਕਰੀਜ਼ ਕਰਾਂ ਤਾਂ ਵੀ ਫਲਕਸ ਚੇਂਜ ਹੋਏਗੀ। ਤੇ ਜੇ ਮੈਂ ਮੈਗਨੈਟਿਕ ਫੀਲਡ ਜਾਂ ਏਰੀਆ ਚੋਂ ਕਿਸੇ ਨੂੰ ਵੀ ਚੇਂਜ ਨਾ ਕਰਾਂ ਪਰ ਸਿਰਫ ਕੋਇਲ ਦੀ ਓਰੀਐਂਟੇਸ਼ਨ ਚੇਂਜ ਕਰਾਂ ਤੇ ਤਾਂ ਵੀ ਕਹਿੰਦਾ ਜੀ ਫਲਕਸ ਚੇਂਜ ਹੋਏਗੀ। ਇਹ ਮੈਂ ਤਿੰਨ ਡਿਫਰੈਂਟ ਮੈਥਡ ਆ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਸਰਕਟ ਦੇ ਅੰਦਰ EMF ਇੰਡਿਊਸ ਹੁੰਦੀ ਹੈ। ਠੀਕ ਹੈ, ਜਾਂ ਮੈਗਨੈਟਿਕ ਦੀ ਸਟਰੈਂਥ ਚੇਂਜ ਕਰਕੇ ਜਾਂ ਏਰੀਆ ਆਫ ਦਾ ਕੋਇਲ ਚੇਂਜ ਕਰਕੇ ਇਨਸਾਈਡ ਦਾ ਮੈਗਨੈਟਿਕ ਜਾਂ ਮੇਰੇ ਕੋਲ ਓਰੀਐਂਟੇਸ਼ਨ। ਹੁਣ ਇਹ ਚੋਂ ਪਹਿਲਾ ਫੈਕਟਰ ਲਈ ਹੈ ਮੈਗਨੈਟਿਕ ਵੀ ਤੇ ਜਿਹੜਾ ਆਪਾਂ ਹੁਣ ਤੱਕ ਐਗਜ਼ਾਮਪਲ ਕੋਡ ਕਰਦੇ ਹਟਿਆ ਵਾਲੀ ਆਹੀ ਵਾਲੀ ਫਿਰ ਐਗਜ਼ਾਮਪਲ ਦੁਆਰਾ ਬੋਲਦਾ ਪਿਆ ਕਿ ਜੇ ਆ ਮੇਰੇ ਕੋਲ ਐਸਾ ਸਰਕਟ ਸੀਗਾ ਔਰ ਆ ਮੇਰੀ ਮੈਗਨੇਟ ਆ। ਠੀਕ ਹੈ, ਤੇ ਜਦੋਂ ਤੁਸੀਂ ਇਹਦੇ ਅੰਦਰ ਐਸਾ ਚ ਮੂਵ ਕਰਾਇਆ ਤੇ ਆ ਗਿਵਨ ਕੋਇਲ ਦੇ ਏਰੀਆ ਚੋਂ ਆਪਾਂ ਇਹਨੂੰ ਕੋਇਲ ਨੂੰ ਇਦਾਂ ਦਿਖਾ ਦਿੰਨੇ। ਆ ਜਿਹੜੇ ਕੋਇਲ ਦਾ ਗਿਵਨ ਏਰੀਆ ਹੋਏਗਾ ਇਸ ਏਰੀਆ ਚੋਂ ਪਾਸ ਹੋਣ ਵਾਲੀ ਮੈਗਨੈਟਿਕ ਲਾਈਨਾਂ ਦੀ ਗਿਣਤੀ ਚੇਂਜ ਹੋ ਰਹੀ ਹੈ। ਯਾਨੀ ਤੁਹਾਡਾ ਇਸ ਮੂਵਮੈਂਟ ਤੇ ਜੋ ਇੱਥੇ ਚੇਂਜ ਹੋ ਰਿਹਾ ਨਾ ਤਾਂ ਕੋਇਲ ਦਾ ਏਰੀਆ ਚੇਂਜ ਹੋ ਰਿਹਾ ਨਾ ਕੋਇਲ ਘੁੰਮਦੀ ਪਈ ਆ, ਕੋਈ ਕੋਇਲ ਦੀ ਓਰੀਐਂਟੇਸ਼ਨ ਨਹੀਂ, ਸਿਰਫ ਔਰ ਸਿਰਫ ਐਸੋਲੇਟ ਤੇ ਜਿਹਨੂੰ ਚੇਂਜ ਕੀਤਾ ਉਹ ਮੈਗਨੈਟਿਕ ਫੀਲਡ ਦੀ ਸਟਰੈਂਥ ਆ। ठीक है, सो मैग्नेट ਨੂੰ मूव करा के या मैग्नेट ਨੂੰ स्टेशनरी करके कॉइल ਨੂੰ ऊपर थले मूव करा के जो चेंज हो रहा है वो सिर्फ B फैक्टर आ। इमन तुसी B ਨੂੰ चेंज कराने में ते B ਦੇ चेंज करके ਅਸੀਂ ਕਹਿੰਦੇ ਜੀ फ्लक्स चेंज इसलिए EMF इंड्यूस। क्या आ पहला फैक्टर क्लियर आ? यस सर। Yes, sir. सेकंड आ गया एरिया ऑफ द कॉइल। एरिया ऑफ द कॉइल का मतलब ये होएगा कि जे आ मान लो मेरे दो हाथ मैग्नेट दे दो पोल ने, एक नॉर्थ पोल ऑफ मैग्नेट एक साउथ पोल, ਇਹਦੇ ਅੰਦਰ ਆ ਮੇਰੇ ਕੋਲ ਮੇਰਾ ਮੋਬਾਈਲ ਜਿਹੜਾ ਇੱਕ ਰੈਕਟੈਂਗੂਲਰ ਕੋਇਲ ਆ। ਜੇ ਇਸ ਵੇਲੇ ਇਸ ਮੈਗਨੇਟ ਦਾ ਇੰਨਾ ਪੋਰਸ਼ਨ ਜਿਹੜਾ ਵਾ, ਠੀਕ ਹੈ, ਆ ਕੋਇਲ ਦਾ ਇੰਨਾ ਪੋਰਸ਼ਨ ਜਿਹੜਾ ਵਾ ਇਹ ਮੈਗਨੈਟਿਕ ਫੀਲਡ ਦੇ ਅੰਦਰ ਹੋਵੇ। ਜੇ ਇਹਨੂੰ ਮੈਂ ਥੱਲੇ ਕਰਦਾ ਜਾਵਾਂ ਤੇ ਇਹਦਾ ਮਤਲਬ ਮੈਗਨੈਟਿਕ ਫੀਲਡ ਦੇ ਅੰਦਰ ਇਹ ਏਰੀਆ ਮੇਰੇ ਕੋਲ ਜਿਹੜਾ ਚੇਂਜ ਹੁੰਦਾ ਜਾਊਗਾ। ਆ ਮੇਰਾ मैग्नेट का पोल है, एक मैग्नेट का पोल इधर होएगा ते आ मेरे को मेरी रेक्टेंगुलर कॉइल है। ठीक है, आ एस सच इस साइड नु सारे नु इस साइड नु सारा मैग्नेटिक फील्ड हैगा वा। आ पूरी बुक दे साइज दे विच मैग्नेटिक फील्ड आ ते जे इस वेले आ मेरी रेक्टेंगुलर कॉइल मैग्नेटिक फील्ड च एंटर कीती ते एदा स्मॉल पोर्शन मैग्नेटिक फील्ड दे अंडर आया, यानी एदा स्मॉल एरिया मैग्नेटिक फील्ड दे अंदर आया ते इस वेले दा मैग्नेटिक फील्ड नहीं चेंज हो रहा, वो रीजन कांस्टेंट आ। कॉइल घूमदी नहीं पई, ਇਹਦੀ ਕੋਈ ओरिएंटेशन नहीं ले रहा, पर एरिया ऑफ द कॉइल इनसाइड द मैग्नेटिक फील्ड दैट विल गोइंग ऑन कहंदा जी चेंजेस। जे आ चीज मेरे मूव करदी होवे ते मैग्नेटिक फील्ड दे अंडर कॉइल दा एरिया चेंज होया ते जे कॉइल दा एरिया चेंज होएगा तो तां भी मेरे को जेडी फ्लक्स चेंज हो जू, और जे फ्लक्स चेंज हो गई तो इस नाल कॉइल दे अंदर EMF फिर भी इंड्यूस होएगी। ये मतलब एक मैग्नेट दे मेरे को एसएच कॉइल दी मोशन करके एक मेरे को कॉइल दी मोशन करके EMF इंड्यूस होंदी पई ते जे कॉइल दी मोशन करके EMF इंड्यूस होवे उस इंड्यूस्ड EMF दा ਅਸੀਂ ਇੱਕ ਵੱਖਰਾ ਨਾਮ ਰੱਖਦੇ ਆ, ਉਹਨੂੰ ਅਸੀਂ ਨਾਮ ਦਿੰਦੇ ਆ ਮੋਸ਼ਨਲ EMF। ਠੀਕ ਹੈ, ਜਿਹੜੀ EMF ਕॉइल ਦੀ ਮੋਸ਼ਨ ਕਰਕੇ ਆਈ ਆ ਉਸ EMF ਨੂੰ ਅਸੀਂ ਨਾਮ ਦੇ ਦਿੰਦੇ ਮੋਸ਼ਨਲ EMF। ਉਦੋਂ ਮੈਗਨੇਟ ਦੇ ਪੋਲ ਮੇਰੇ ਸਟੈਟਿਕ ਹੈਗੇ ਆ, कॉइल ਦੀ ओरिएंटेशन कोई नहीं ले रहे,
ਕੋਇਲ ਮੈਗਨੈਟਿਕ ਫੀਲਡ ਦੇ ਅੰਦਰ ਆਪਣਾ ਏਰੀਆ ਘਟਾਉਂਦੀ ਵਧਾਉਂਦੀ ਪਈ ਆ ਤੇ ਉਦੋਂ ਫਿਰ ਜਿਹੜੀ ਈਐਮਐਫ ਇੰਡਿਊਸ ਹੁੰਦੀ ਆ ਮੋਸ਼ਨ ਆਫ ਕੋਇਲ ਕਰਕੇ ਉਹਨੂੰ ਅਸੀਂ ਮੋਸ਼ਨਲ ਈਐਮਐਫ ਕਹਿੰਦੇ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਥਰਡ ਮੇਰੇ ਕੋਲ ਆ ਗਿਆ ਓਰੀਐਂਟੇਸ਼ਨ ਆਫ ਦਾ ਕੋਇਲ। ਉਹਨੂੰ ਆਪਾਂ ਇਦਾਂ ਦੱਸਦੇ ਕਿ ਜੇ ਆ ਮੈਗਨੇਟ ਦੇ ਦੋ ਪੋਲ ਆ ਤੇ ਮਤਲਬ ਇਸ ਰੀਜਨ ਦੇ ਅੰਦਰ ਮੈਗਨੈਟਿਕ ਫੀਲਡ ਕਾਂਸਟੈਂਟ ਆ ਮੇਰੀ ਕੋਇਲ ਆ ਜਿਹੜੀ ਕੰਟੀਨਿਊਸਲੀ ਮੈਗਨੈਟਿਕ ਫੀਲਡ ਦੇ ਅੰਡਰ ਹੀ ਰਹੇਗੀ, ਠੀਕ ਹੈ। ਇਹਦਾ ਏਰੀਆ ਮੈਗਨੈਟਿਕ ਫੀਲਡ ਚ ਨਾ ਘਟਣਾ ਨਾ ਵਧਣਾ, ਉੱਪਰ ਥੱਲੇ ਅੱਗੇ ਪਿੱਛੇ ਕਿਤੇ ਨਹੀਂ ਮੂਵ ਕਰਾ ਰਹੇ, ਪਰ ਮੈਂ ਕੋਇਲ ਨੂੰ ਰੋਟੇਟ ਕਰਦਾ ਪਿਆ। ਜਦੋਂ ਮੈਂ ਕੋਇਲ ਨੂੰ ਇਸ ਵੇ ਨਾਲ ਰੋਟੇਟ ਕਰਾਂਗਾ ਤੇ ਕੀ ਹੋਏਗਾ ਜੀ, ਜੇ ਕੋਇਲ ਇਦਾਂ ਰੱਖੀ ਆ ਤੇ ਇਸ ਵੇਲੇ ਇਹਦੇ ਵਿੱਚ ਦੀ ਮੈਗਨੈਟਿਕ ਲਾਈਨਾਂ ਮੈਕਸਿਮਮ ਕ੍ਰਾਸ ਹੋਣੀਆਂ, ਫਲਕਸ ਮੈਕਸਿਮਮ ਆ। ਪਰ ਜਦੋਂ ਮੈਂ ਕੋਇਲ ਇਦਾਂ ਕਰ ਦਿੱਤੀ ਮੈਗਨੈਟਿਕ ਤੇ ਮੈਗਨੈਟਿਕ ਲਾਈਨ ਪਾਸਿਸ ਓਵਰ ਦਾ, ठीक है, मैग्नेटिक लाइन passes below the कहना जी coil, but no one magnetic field line will passes through the surface। ਇਹਦਾ ਮਤਲਬ ਇਹ ਹੋ ਗਿਆ ਕਿ ਆ coil ਦੇ ਘੁੰਮਣ ਨਾਲ ਆ ਜਿਹੜਾ ਏਰੀਆ ਵੈਕਟਰ ਹੋਏਗਾ ਹੈ ਨਾ, ਮੈਗਨੈਟਿਕ ਲਾਈਨ ਆ ਮੇਰੀ ਫਿੰਗਰ ਆ ਤੇ ਜੇ coil ਰੋਟੇਟ ਕਰਦੀ ਪਈ ਆ ਤੇ ਆ ਪੋਜੀਸ਼ਨ ਤੇ ਆ ਕੇ ਫਲਕਸ ਮੈਕਸਿਮਮ ਹੋ ਜਾਏਗੀ। ਆ ਪੋਜੀਸ਼ਨ ਤੱਕ ਜਾਂਦੇ ਜਾਂਦੇ ਫਲਕਸ ਮੇਰੀ ਜ਼ੀਰੋ ਹੋ ਗਈ, ਆ ਪੋਜੀਸ਼ਨ ਤੇ ਆਂਦੇ ਆਂਦੇ ਫਲਕਸ ਮੇਰੀ ਫਿਰ ਜ਼ੀਰੋ ਹੋ ਗਈ, ਆ ਪੋਜੀਸ਼ਨ ਤੇ ਜਾਂਦੇ ਜਾਂਦੇ ਫਲਕਸ ਫਿਰ ਮੈਕਸਿਮਮ ਹੋ ਗਈ। यानी कोयल दी ओरिएंटेशन दे करके, कोयल दी ओरिएंटेशन दे करके जे मेरे को फ्लक्स चेंज हुंदी होवे तो ਅਸੀਂ ਕਹਿੰਦੇ ਤਾਂ ਵੀ ईएमएफ ਇੰਡਿਊਸ ਹੁੰਦੀ ਪਈ ਆ। ਤੇ ਇਹ ਜਨਰੇਟਰ ਦਾ ਬੇਸਿਕ ਪ੍ਰਿੰਸੀਪਲ ਆ, 10th ਵਿੱਚ ਪੜਿਆ ਵੀ ਆ ਤੁਸੀਂ ਥੋੜਾ ਜਿਹਾ। ਇਹ ਜਨਰੇਟਰ ਦਾ ਬੇਸਿਕ ਪ੍ਰਿੰਸੀਪਲ ਆ। ओरिएंटेशन ਦਾ ਮਤਲਬ ਘੁਮਾਣਾ ਹੁੰਦਾ। ਜਦੋਂ ਅਸੀਂ ਮੈਗਨੇਟ ਨੂੰ ਕੋਇਲ ਨੂੰ ਘੁਮਾਉਂਦੇ ਪਏ ਆ ਮੈਗਨੈਟਿਕ ਫੀਲਡ ਦੇ ਅੰਦਰ, ਅਸੀਂ ਕਹਿੰਦੇ ਜੇ ਮਤਲਬ ਅਸੀਂ ਉਹਨੂੰ ਰੋਟੇਟ ਕਰ ਰਹੇ, ਅਸੀਂ ਉਹਦੀ ओरिएंटेशन ਚੇਂਜ ਕਰਦੇ ਹਾਂ। ਉਸ ਦੇ ਕਰਕੇ ਜੇ ਕੋਇਲ ਦੇ ਅੰਦਰ ਫਲਕਸ ਚੇਂਜ ਹੁੰਦੀ ਹੋਵੇ ਤੇ ਫਿਰ ਅਸੀਂ ਕਹਿੰਦੇ ਜੀ ਉਦੋਂ ਈਐਮਐਫ ਇੰਡਿਊਸ ਜਿਹੜੀ ਹੋ ਕੇ ਆਈ, ਠੀਕ ਹੈ, ਉਹ ਮੇਰੇ ਕੋਲ ਐਸਐਚ ਓਰੀਐਂਟੇਸ਼ਨ ਆਫ ਕੋਇਲ ਕਰਕੇ ਆਈ ਆ। ਤੇ ਉਹਨੂੰ ਅਸੀਂ ਕਹਿੰਦੇ ਕਿ ਇਹ ਓਰੀਐਂਟੇਸ਼ਨ ਆਫ ਕੋਇਲ ਜਿਹੜੀ ਆ ਇਹ ਬੇਸਿਕ ਪ੍ਰਿੰਸੀਪਲ ਬਣਦੀ ਜਨਰੇਟਰ ਦਾ। ਜਨਰੇਟਰ ਦੇ ਅੰਦਰ ਅਸੀਂ ਇਹੀ ਚੀਜ਼ਾਂ ਕਹਿੰਦੇ ਆ, ਮੈਗਨੇਟ ਦੇ ਪੋਲ ਪੀਸਿਸ ਆ ਗਏ, ਇਹਦੇ ਵਿੱਚ ਆਰਮੇਚਰ ਕੋਇਲ ਪਈ ਆ, ਔਰ ਆਰਮੇਚਰ ਕੋਇਲ ਨੂੰ ਜਦੋਂ ਅਸੀਂ ਐਸਐਚ ਜਨਰੇਟਰ ਨੂੰ ਗੇੜਾ ਦਿੰਨੇ ਆ, ਉਹਨੂੰ ਰੋਟੇਟ ਕਰਾਉਂਦੇ ਆ ਤੇ ਇਹਦਾ ਮਤਲਬ ਤੁਸੀਂ ਉਹ ਕੋਇਲ ਨੂੰ ਰੋਟੇਟ ਕਰਾਤਾ ਤੇ ਆਰਮੇਚਰ ਕੋਇਲ ਦੇ ਘੁੰਮਣ ਦੇ ਨਾਲ ਅਸੀਂ ਕਹਿੰਦੇ ਜੋ ਫਲਕਸ ਚੇਂਜ ਹੋਣੀ ਸ਼ੁਰੂ ਹੋ ਗਈ, ਈਐਮਐਫ ਇੰਡਿਊਸ ਹੋਏਗੀ, ਜਿਹਦੇ ਕਰਕੇ ਮੇਰੇ ਕੋਲ ਸਰਕਟ ਚ ਕਰੰਟ ਜਿਹੜਾ ਉਹ ਫਲੋ ਕਰਨਾ ਸ਼ੁਰੂ ਕਰਦਾ। ਕਿਆ ਇਹਨੇ ਗੱਲ ਕਲੀਅਰ ਆ? Yes, sir. ਤਿੰਨ ਮੈਥਡ Yes, sir. ਸਰਕਟ ਦੇ ਅੰਦਰ ਮੈਗਨੈਟਿਕ ਦੀ ਸਟਰੈਂਥ ਨੂੰ ਚੇਂਜ ਕਰਕੇ ਫਲਕਸ ਚੇਂਜ ਹੋਏਗੀ ਤਾਂ ਈਐਮਐਫ ਆਏਗੀ। ਏਰੀਆ ਆਫ ਦਾ ਕੋਇਲ ਨੂੰ ਜੇ ਆਪਾਂ ਚੇਂਜ ਕਰੀਏ, ਠੀਕ ਹੈ ਜੀ, ਤੇ ਤਾਂ ਵੀ ਫਲਕਸ ਚੇਂਜ ਆ, ਤਾਂ ਵੀ ਈਐਮਐਫ ਆਏਗੀ। ਉਸ ਏਰੀਆ ਆਫ ਕੋਇਲ ਦੀ ਮੋਸ਼ਨ ਕਰਕੇ ਈਐਮਐਫ ਦਾ ਨਾਮ ਮੋਸ਼ਨਲ ਈਐਮਐਫ ਵੀ ਰੱਖ ਲੈਂਦੇ ਆ। ਔਰ ਜੇ ਦੋਨਾਂ ਚੋਂ ਨਾ ਸਹੀ ਤਾਂ ਤੀਜਾ ਸਾਡੇ ਕੋਲ ਕੋਇਲ ਦੀ ਓਰੀਐਂਟੇਸ਼ਨ ਚੇਂਜ ਕਰੋ, ਮੈਗਨੈਟਿਕ ਵਿੱਚ ਉਹਦੇ ਫੇਸਿਸ ਚੇਂਜ ਕਰੋ, ਠੀਕ ਹੈ, ਤੇ ਤਾਂ ਵੀ ਅਸੀਂ ਕਹਿੰਦੇ ਫਲਕਸ ਚੇਂਜ ਹੋਏਗੀ ਤੇ ਈਐਮਐਫ ਇੰਡਿਊਸ ਹੋਏਗੀ। ਕਿਆ ਇੰਨਾ ਕਲੀਅਰ ਹੈ ਸਾਰਿਆਂ ਨੂੰ?